ਅੱਜ ਅਸੀਂ ਫਿਰ ਅਫਸੀਆਂ ਦਾ ਖੱਤ ਪੜ੍ਹਾਂਗੇ। ਅਫਸੀਆਂ ਦਾ ਖੱਤ ਉਸ ਦਾ ਪਹਿਲਾ ਅਧਿਆਇ ਅਤੇ ਉਸ ਦੀ ਤੀਸਰੀ ਆਇਤ ਤੋਂ ਲੈ ਕੇ ਉਸ ਦੀ 10ਵੀਂ ਆਇਤ ਤੱਕ। ਉਸ ਵਿੱਚ ਅਸੀਂ ਪੜ੍ਹਦੇ ਹਾਂ, ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਵਰ ਦੀ ਉਸਤਤ ਕਰੋ। ਪਰਮੇਸ਼ਵਰ ਨੇ ਸਾਨੂੰ ਮਸੀਹ ਵਿੱਚ ਸਵਰਗ ਦੀ ਹਰ ਆਤਮਿਕ ਅਸੀਸ ਦਿੱਤੀ ਹੈ। ਮਸੀਹ ਵਿੱਚ ਸਾਨੂੰ ਪਰਮੇਸ਼ਵਰ ਨੇ ਦੁਨੀਆ ਸਾਜਣ ਤੋਂ ਪਹਿਲਾਂ ਹੀ ਚੁਣ ਲਿਆ ਸੀ। ਪਰਮੇਸ਼ਵਰ ਨੇ ਸਾਨੂੰ ਪ੍ਰੇਮ ਨਾਲ ਆਪਣੇ ਪਵਿੱਤਰ ਲੋਕ ਅਤੇ ਉਸ ਅੱਗੇ ਦੋਸ਼ ਰਹਿਤ ਲੋਕ ਹੋਣ ਲਈ ਚੁਣਿਆ ਹੈ। ਅਤੇ ਦੁਨੀਆ ਦੀ ਸਾਜਨਾ ਕਰਨ ਤੋਂ ਪਹਿਲਾਂ ਹੀ ਪਰਮੇਸ਼ਵਰ ਨੇ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਬੱਚੇ ਬਣਾਉਣ ਦਾ ਫੈਸਲਾ ਕੀਤਾ। ਇਹ ਪਰਮੇਸ਼ਵਰ ਦੀ ਰਜ਼ਾ ਸੀ। ਇਸ ਨੇ ਉਸ ਨੂੰ ਪ੍ਰਸੰਨ ਕੀਤਾ ਹੈ। ਇਹ ਪਰਮੇਸ਼ਵਰ ਨੂੰ ਉਸਤਤ ਦਿੰਦੀ ਹੈ ਕਿਉਂ ਜੋ ਉਸ ਨੇ ਕਿਰਪਾ ਦਿਖਾਈ। ਪਰਮੇਸ਼ਵਰ ਨੇ ਆਪਣੀ ਕਿਰਪਾ ਸਾਡੇ ਉੱਤੇ ਮੁਫਤ ਕੀਤੀ ਹੈ। ਉਸ ਨੇ ਸਾਡੇ ਉੱਪਰ ਇਹ ਕਿਰਪਾ ਮਸੀਹ ਵਿੱਚ ਦਿੱਤੀ ਜਿਸ ਨੂੰ ਉਹ ਪਿਆਰ ਕਰਦਾ ਹੈ। ਮਸੀਹ ਨੇ ਨਿਮਿਤ ਸਾਨੂੰ ਉਸ ਦੇ ਲਹੂ ਰਾਹੀਂ ਆਜ਼ਾਦੀ ਦਿੱਤੀ ਗਈ ਸੀ। ਸਾਡੇ ਕੋਲ ਪਰਮੇਸ਼ਵਰ ਦੀ ਅਪਾਰ ਕਿਰਪਾ ਦੁਆਰਾ ਆਪਣੇ ਪਾਪਾਂ ਦੀ ਮਾਫ਼ੀ ਹੈ। ਪਰਮੇਸ਼ਵਰ ਨੇ ਆਪਣੀ ਪੂਰੀ ਕਿਰਪਾ, ਸਿਆਣਪ ਅਤੇ ਗਿਆਨ ਸਾਡੇ ਉੱਤੇ ਮੁਫਤ ਛਿੜਕਿਆ ਹੈ। ਉਸ ਨੇ ਆਪਣੀ ਗੁਪਤ ਯੋਜਨਾ ਆਪਣੀ ਇੱਛਾ ਅਨੁਸਾਰ ਸਾਨੂੰ ਪ੍ਰਗਟ ਕੀਤੀ ਅਤੇ ਉਸ ਨੇ ਇਹ ਯੋਜਨਾ ਮਸੀਹ ਰਾਹੀਂ ਪੂਰਨ ਕਰਨ ਦਾ ਨਿਸ਼ਚਾ ਕੀਤਾ। ਪਰਮੇਸ਼ਵਰ ਦਾ ਇਰਾਦਾ ਢੁਕਵੇਂ ਸਮੇਂ 'ਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਦਾ ਸੀ। ਪਰਮੇਸ਼ਵਰ ਦੀ ਯੋਜਨਾ ਸਵਰਗ ਅਤੇ ਧਰਤੀ ਵਿਚਲੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਮਸੀਹ ਨੂੰ ਮੁਖੀ ਬਣਾ ਕੇ ਉਸ ਦੇ ਅਧੀਨ ਕਰਨ ਦੀ ਸੀ। ਹੁਣ ਅਸੀਂ ਇਹ ਪੜ੍ਹਿਆ ਅਫਸੀਆਂ ਦਾ ਖੱਤ, ਉਸ ਦਾ ਪਹਿਲਾ ਅਧਿਆਇ, ਉਸ ਦੀ ਤੀਜੀ ਆਇਤ ਤੋਂ ਲੈ ਕੇ ਉਸ ਦੀ 10ਵੀਂ ਆਇਤ ਤੱਕ। ਅਤੇ ਅਸੀਂ ਪਿਛਲੇ ਹਫ਼ਤੇ ਜਾਣਿਆ ਕਿਵੇਂ ਯਹੋਵਾ ਨੇ, ਪਰਮੇਸ਼ਵਰ ਨੇ ਪੌਲੁਸ ਨੂੰ ਅਤੇ ਉਹਨਾਂ ਲੋਕਾਂ ਨੂੰ ਚੁਣਿਆ ਜੋ ਕਿ ਅਫਸੁਸ ਸ਼ਹਿਰ ਦੇ ਨਿਵਾਸੀ ਸਨ। ਕਿਵੇਂ ਖੁਦਾਵੰਦ ਆਪਣੇ ਲੋਕਾਂ ਨੂੰ ਬਚਾਉਂਦਾ ਹੈ ਅਤੇ ਕਿਵੇਂ ਆਪਣੇ ਲੋਕਾਂ ਨੂੰ ਉਹ ਬੁਲਾਉਂਦਾ ਹੈ ਤਾਂ ਕਿ ਉਸ ਦੇ ਲੋਕ ਖੁਦਾਵੰਦ ਦੀ ਮਹਿਮਾ ਨੂੰ ਜਾਣ ਸਕਣ, ਖੁਦਾਵੰਦ ਦੀ ਸ਼ਾਂਤੀ ਅਤੇ ਖੁਦਾਵੰਦ ਦੀ ਕਿਰਪਾ ਨੂੰ ਜਾਣ ਸਕਣ। ਅੱਜ ਦਾ ਮੈਸੇਜ ਜੋ ਹੈ ਉਹ ਸਾਨੂੰ ਇੱਕ ਗੱਲ ਦਿਖਾਉਂਦਾ ਹੈ। ਉਹ ਗੱਲ ਇਹ ਹੈ, ਅਸੀਂ ਮਸੀਹ ਦੇ ਨਾਲ ਕਿਵੇਂ ਜੁੜਦੇ ਹਾਂ। ਅਸੀਂ ਮਸੀਹ ਦੇ ਨਾਲ ਕਿਵੇਂ ਜੁੜਦੇ ਹਾਂ। ਸਾਡੀ ਜੋ ਯੂਨੀਅਨ, ਸਾਡੀ ਜੋ ਇੱਕ ਜੋੜਨ ਵਾਲੀ ਗੱਲ ਹੈ ਮਸੀਹ ਦੇ ਨਾਲ, ਉਹ ਕਿਵੇਂ ਉਤਪੰਨ ਹੁੰਦੀ ਹੈ। ਮਸੀਹ ਦੇ ਜੁੜਨ ਦੇ ਨਾਲ ਸਾਨੂੰ ਕੀ ਫਾਇਦਾ ਮਿਲਦਾ ਹੈ ਅਤੇ ਮਸੀਹ ਦੇ ਜੁੜਨ ਦੇ ਨਾਲ ਖੁਦਾਵੰਦ ਦੀ ਕਿਵੇਂ ਮਹਿਮਾ ਹੁੰਦੀ ਹੈ। ਅਤੇ ਅਸੀਂ ਅੱਜ ਇਹ ਗੱਲਾਂ ਦੇਖਾਂਗੇ ਇਸ ਅਧਿਆਇ ਦੇ ਵਿੱਚੋਂ। ਅਤੇ ਜਿਹੜੀ ਮੈਂ ਪਹਿਲੀ ਗੱਲ ਦੇਖਦਾ ਹਾਂ ਇਹਨਾਂ ਆਇਤਾਂ ਵਿੱਚ, ਉਹ ਇਹ ਹੈ ਕਿ ਖੁਦਾਵੰਦ ਨੇ ਸਾਨੂੰ ਬੁਲਾਇਆ। ਖੁਦਾਵੰਦ ਕੌਣ? ਜੋ ਕਿ ਯਿਸੂ ਮਸੀਹ ਦਾ ਪਿਤਾ ਹੈ। ਅਸੀਂ ਦੇਖਦੇ ਹਾਂ ਕਿਵੇਂ ਜਿਹੜਾ ਤ੍ਰਿਏਕ ਦਾ ਖੁਦਾ ਹੈ, ਤ੍ਰਿਏਕ ਦਾ ਪਰਮੇਸ਼ਵਰ ਹੈ, ਜੋ ਕਿ ਪਿਤਾ, ਪੁੱਤਰ ਅਤੇ ਰੂਹ ਪਾਕ ਹੈ। ਅਸੀਂ ਬਾਈਬਲ 'ਚ ਦੇਖਦੇ ਹਾਂ ਖੁਦਾ ਜੋ ਹੈ, ਪਰਮੇਸ਼ਵਰ ਜੋ ਹੈ, ਉਹ ਪਿਤਾ ਹੈ, ਪੁੱਤਰ ਹੈ ਅਤੇ ਰੂਹ ਪਾਕ ਹੈ। ਪਿਤਾ ਵੀ ਪਰਮੇਸ਼ਵਰ ਹੈ, ਪੁੱਤਰ ਵੀ ਪਰਮੇਸ਼ਵਰ ਹੈ ਅਤੇ ਰੂਹ ਪਾਕ ਵੀ ਪਰਮੇਸ਼ਵਰ ਹੈ। ਪਰ ਜਦੋਂ ਅਸੀਂ ਪਿਤਾ ਦੀ ਗੱਲ ਕਰਦੇ ਹਾਂ, ਪਿਤਾ ਜੋ ਹੈ, ਜੋ ਕਿ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ, ਉਸ ਨੇ ਸਾਨੂੰ ਮਸੀਹ ਵਿੱਚ ਚੁਣਿਆ ਅਤੇ ਇਸ ਪਿਤਾ ਨੇ ਆਪਣੇ ਪੁੱਤਰ ਨੂੰ ਇਸ ਦੁਨੀਆ ਦੇ ਵਿੱਚ ਘੱਲਿਆ, ਜੋ ਕਿ ਖੁਦ ਖੁਦਾ ਹੈ, ਖੁਦ ਪਰਮੇਸ਼ਵਰ ਹੈ। ਪਰ ਪਰਮੇਸ਼ਵਰ ਕੀ ਇਨਸਾਨ ਬਣ ਗਿਆ। ਜਦੋਂ ਯਿਸੂ ਮਸੀਹ ਇਸ ਦੁਨੀਆ 'ਤੇ ਆਇਆ, ਉਹ ਇਨਸਾਨ ਬਣ ਗਿਆ ਅਤੇ ਉਹ ਸਾਡੇ ਦਰਮਿਆਨ ਰਿਹਾ, ਜਿਵੇਂ ਕਿ ਅਸੀਂ ਪੜ੍ਹਦੇ ਹਾਂ ਯੂਹੰਨਾ ਦੀ ਇੰਜੀਲ ਦੇ ਵਿੱਚ। ਪੁੱਤਰ ਨੇ ਸਾਡੇ ਪਾਪਾਂ ਦਾ ਕੀ ਕਰਜ਼ਾ ਅਦਾ ਕਰ ਦਿੱਤਾ ਅਤੇ ਹੁਣ ਅਸੀਂ ਪੁੱਤਰ ਦੇ ਜ਼ਰੀਏ ਪਿਤਾ ਦੇ ਦੁਆਰਾ ਚੁਣੇ ਜਾਂਦੇ ਹਾਂ। ਅਤੇ ਇਸ ਲਈ ਅਸੀਂ ਪੜ੍ਹਦੇ ਹਾਂ ਫਿਰ ਪੰਜਾਬੀ ਦੀ ਬਾਈਬਲ ਦੇ ਵਿੱਚ ਕਿਵੇਂ ਅਸੀਂ ਪੜ੍ਹਦੇ ਹਾਂ, ਪੌਲੁਸ ਇਹ ਗੱਲ ਕਰਦਾ ਹੈ, ਖੁਦਾਵੰਦ ਨੇ, ਪਰਮੇਸ਼ਵਰ ਨੇ ਸਾਨੂੰ ਮਸੀਹ ਦੇ ਵਿੱਚ ਚੁਣ ਲਿਆ ਅਤੇ ਉਹ ਕਹਿੰਦਾ ਹੈ ਇਸ ਪਰਮੇਸ਼ਵਰ ਦੀ ਤੁਸੀਂ ਉਸਤਤ ਕਰੋ, ਕਿਉਂਕਿ ਇਸ ਪਰਮੇਸ਼ਵਰ ਨੇ ਸਾਨੂੰ ਮਸੀਹ ਦੇ ਵਿੱਚ ਕੀ ਚੁਣ ਲਿਆ ਹੈ ਆਪਣੇ ਵੱਡੇ ਪ੍ਰੇਮ ਦੇ ਨਾਲ। ਅਤੇ ਅਸੀਂ ਇਹ ਦੇਖਦੇ ਹਾਂ ਬਾਈਬਲ ਦੇ ਵਿੱਚ
ਕਿਵੇਂ ਜੋ ਕਿ ਸਰਵ ਸ਼ਕਤੀਮਾਨ ਪਰਮੇਸ਼ਵਰ ਜਿਸ ਨੇ ਦੁਨੀਆ ਦੀ ਰਚਨਾ ਕੀਤੀ, ਉਸਨੇ ਸਾਨੂੰ ਮਸੀਹ ਦੇ ਵਿੱਚ ਚੁਣਿਆ। ਨਾ ਕਿ ਉਸਨੇ ਸਾਨੂੰ ਮਸੀਹ ਦੇ ਵਿੱਚ ਚੁਣਿਆ ਅਤੇ ਬੁਲਾਇਆ, ਪਰ ਉਸਨੇ ਸਾਨੂੰ ਦੁਨੀਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੁਣ ਲਿਆ ਸੀਗਾ। ਇਹ ਜਿਹੜੇ ਚੁਣਨਾ, ਇਲੈਕਸ਼ਨ ਜਿੱਦਾਂ ਅਸੀਂ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ, ਵੀ ਉਹਨੇ ਸਾਨੂੰ ਇਲੈਕਟ ਕਰ ਲਿਆ, ਉਹਨੇ ਸਾਨੂੰ ਕੀ ਬਚਾ ਲਿਆ, ਸਾਨੂੰ ਉਹਨੇ ਚੁਣਿਆ ਹੋਇਆ ਸੀਗਾ। ਅਤੇ ਹੁਣ ਮਸੀਹ ਜਦੋਂ ਇਸ ਸੰਸਾਰ ਵਿੱਚ ਆਇਆ ਅਤੇ ਉਸਨੇ ਸਾਡੇ ਪਾਪਾਂ ਦੀ ਜੋ ਸਜ਼ਾ ਲਈ ਆਪਣੇ ਉੱਤੇ ਅਤੇ ਜੁਰਮਾਨਾ ਅਦਾ ਕਰ ਦਿੱਤਾ, ਅਤੇ ਉਸ ਦੇ ਦੁਆਰਾ ਉਹ ਜੁਰਮਾਨਾ ਅਦਾ ਕਰਨ ਦੇ ਕਰਕੇ ਹੁਣ ਅਸੀਂ ਮਸੀਹ ਦੇ ਵਿੱਚ ਪਾਏ ਜਾਂਦੇ ਹਾਂ, ਕਿਉਂਕਿ ਹੁਣ ਸਾਡਾ ਮਸੀਹ ਦੇ ਵਿੱਚ ਕੀ ਵਿਸ਼ਵਾਸ ਬਣ ਗਿਆ। ਅਤੇ ਜਿਵੇਂ ਸਾਡਾ ਮਸੀਹ ਦੇ ਵਿੱਚ ਵਿਸ਼ਵਾਸ ਬਣ ਜਾਂਦਾ ਹੈ, ਅਤੇ ਅਸੀਂ ਫਿਰ ਖੁਦਾਵੰਦ ਦੇ ਪੁੱਤਰ ਅਤੇ ਪੁੱਤਰੀਆਂ ਕਹਿਲਾਏ ਜਾਂਦੇ ਹਾਂ। ਅਤੇ ਇਸੇ ਲਈ ਜੋ ਕਿ ਰਸੂਲ ਹੈ ਪੌਲੁਸ, ਉਹ ਗੱਲ ਕਰਦਾ ਹੈ ਕਿ ਇਸ ਖੁਦਾਵੰਦ ਦੀ ਸਾਨੂੰ ਮਹਿਮਾ ਕਰਨੀ ਚਾਹੀਦੀ ਹੈ। ਇਸ ਖੁਦਾਵੰਦ ਦੇ ਕਰਕੇ, ਪਰਮੇਸ਼ਵਰ ਦੇ ਕਰਕੇ, ਪਿਤਾ ਦੇ ਕਰਕੇ ਸਾਨੂੰ ਹੁਣ ਸਾਡੇ ਪਾਪਾਂ ਤੋਂ ਆਜ਼ਾਦੀ ਮਿਲ ਗਈ ਹੈ, ਸਾਨੂੰ ਪਾਪਾਂ ਦੀ ਤੋਂ ਮਾਫੀ ਮਿਲ ਗਈ ਹੈ, ਅਤੇ ਹੁਣ ਅਸੀਂ ਮਸੀਹ ਦੇ ਵਿੱਚ ਪਾਏ ਜਾਂਦੇ ਹਾਂ। ਅਤੇ ਇਹ ਜੋ ਪਿਤਾ ਦਾ ਪਿਆਰ ਹੈ ਬਹੁਤ ਹੀ ਵਡਮੁੱਲਾ ਪਿਆਰ ਹੈ, ਇਹ ਬਹੁਤ ਹੀ ਮਹਾਨ ਪਿਆਰ ਹੈ ਜੋ ਕਿ ਉਹ ਆਪਣੇ ਲੋਕਾਂ ਨਾਲ ਕਰਦਾ ਹੈ। ਅਤੇ ਉਹ ਚਾਹੁੰਦਾ ਹੈ ਜੋ ਲੋਕ ਨਹੀਂ ਬਚੇ ਉਹ ਵੀ ਪਰਮੇਸ਼ਵਰ ਦੇ ਵੱਲ ਮੁੜਨ, ਕਿਉਂਕਿ ਪਰਮੇਸ਼ਵਰ ਸਾਨੂੰ ਬਚਾਉਣਾ ਚਾਹੁੰਦਾ ਹੈ, ਉਹ ਇਸ ਸੰਸਾਰ ਨੂੰ ਬਚਾਉਣਾ ਚਾਹੁੰਦਾ ਹੈ। ਇਸ ਕਰਕੇ ਉਸਨੇ ਆਪਣਾ ਪੁੱਤਰ ਇਸ ਸੰਸਾਰ ਦੇ ਵਿੱਚ ਘੱਲਿਆ। ਹੁਣ ਅਸੀਂ ਦੇਖਦੇ ਹਾਂ ਕਿੰਨੀ ਵਾਰੀ ਵੀ ਕਿੰਨੇ ਲੋਕ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਲ, ਰੱਬ ਦੇ ਨਾਲ ਸਹੀ ਕਰਨ ਲਈ, ਠੀਕ ਕਰਨ ਲਈ, ਆਪਣਾ ਚਾਲ ਸਹੀ ਕਰਨ ਲਈ ਕਿੰਨੀ ਮਿਹਨਤ ਕਰਦੇ ਆ, ਕਿੰਨੀਆਂ ਜਗ੍ਹਾ 'ਤੇ ਜਾਂਦੇ ਆ, ਕਿੰਨਾ ਕੁਛ ਚੜਾਉਂਦੇ ਆ, ਕਿੰਨਾ ਪੁੰਨ ਦਾਨ ਕਰਦੇ ਆ, ਪਰ ਫਿਰ ਵੀ ਉਹਨਾਂ ਨੂੰ ਸੰਤੁਸ਼ਟ ਚੈਨ ਨਹੀਂ ਮਿਲਦਾ। ਕਿਉਂਕਿ ਪਰਮੇਸ਼ਵਰ ਜੋ ਹੈ ਇਹਨਾਂ ਚੀਜ਼ਾਂ ਤੋਂ ਖੁਸ਼ ਨਹੀਂ ਹੈ। ਪਰਮੇਸ਼ਵਰ ਜੋ ਹੈ ਉਹ ਖੁਸ਼ ਤਾਂ ਹੁੰਦਾ ਹੈ ਜਦੋਂ ਅਸੀਂ ਉਸਦੇ ਪੁੱਤਰ ਨੂੰ ਜਾਣਦੇ ਹਾਂ, ਕਿਉਂਕਿ ਉਸਦੇ ਪੁੱਤਰ ਨੇ ਸਾਡਾ ਕਰਜ਼ਾ ਅਦਾ ਕਰ ਦਿੱਤਾ ਹੈ। ਅਤੇ ਜੋ ਕੋਈ ਪੁੱਤਰ ਤੋਂ ਬਾਹਰ ਹੈ ਉਸ ਦਾ ਕਰਜ਼ਾ ਕੀ ਅਦਾ ਨਹੀਂ ਹੁੰਦਾ। ਕਿਉਂਕਿ ਕਰਜ਼ਾ ਅਦਾ ਕਰਨ ਦੀ ਜੋ ਇੱਕ ਅਪੀਲ ਹੈ, ਜੋ ਇੱਕ ਰਿਕੁਆਇਰਮੈਂਟ ਹੈ, ਜੋ ਇੱਕ ਚੀਜ਼ ਸਾਨੂੰ ਕਰਨੀ ਚਾਹੀਦੀ ਹੈ, ਉਹ ਇਹ ਹੈ ਕਿ ਸਾਨੂੰ ਪੁੱਤਰ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਸਾਨੂੰ ਪਰਮੇਸ਼ਵਰ ਜੋ ਕਿ ਬਾਈਬਲ ਦਾ ਖੁਦਾ ਹੈ, ਇਸ ਸੰਸਾਰ ਦਾ ਖੁਦਾ ਹੈ, ਪਰਮੇਸ਼ਵਰ ਹੈ, ਮਹਾਨ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ, ਸਾਨੂੰ ਉਸ ਉੱਤੇ ਨਿਹਚਾ ਕਰਨੀ ਚਾਹੀਦੀ ਹੈ। ਕਿਉਂਕਿ ਯਿਸੂ ਮਸੀਹ ਕਹਿੰਦਾ ਹੈ ਜੋ ਕਿ ਮੈਂ ਪਿਤਾ ਦੇ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ। ਅਤੇ ਪਿਤਾ ਵੀ ਕਹਿੰਦਾ ਹੈ ਕਿ ਜੋ ਕੋਈ ਮੇਰੇ ਪੁੱਤਰ ਨੂੰ ਪਿਆਰ ਨਹੀਂ ਕਰਦਾ, ਜੋ ਕੋਈ ਮੇਰੇ ਪੁੱਤਰ ਕੋਲ ਨਹੀਂ ਆਉਂਦਾ ਅਤੇ ਆਪਣੇ ਪਾਪਾਂ ਦੀ ਤੌਬਾ ਨਹੀਂ ਕਰਦਾ, ਮਾਫੀ ਨਹੀਂ ਮੰਗਦਾ, ਉਸ ਕੋਲ ਕਦੇ ਵੀ ਮਾਫੀ ਨਹੀਂ ਹੋ ਸਕਦੀ, ਚਾਹੇ ਉਹ ਜਿੰਨੇ ਮਰਜ਼ੀ ਚੰਗੇ ਕੰਮ ਕਰੀ ਜਾਵੇ। ਅਤੇ ਅਸੀਂ ਦੇਖਦੇ ਹਾਂ ਫਿਰ ਅਫਸੀਆਂ ਦੇ ਖੱਤ ਵਿੱਚ ਕਿ ਅਤੇ ਦੁਨੀਆ ਦੀ ਸਾਜਨ ਕਰਨ ਤੋਂ ਪਹਿਲਾਂ ਹੀ ਪਰਮੇਸ਼ਰ ਨੇ ਸਾਨੂੰ ਯਿਸੂ ਮਸੀਹ ਦੇ ਵਿੱਚ ਚੁਣ ਲਿਆ ਸੀ। ਇਹ ਪਰਮੇਸ਼ਰ ਦੀ ਰਜਾ ਹੈ। ਹੁਣ ਜੋ ਪਰਮੇਸ਼ਰ ਦੀ ਰਜਾ ਹੈ ਉਸ ਰਜਾ ਨੂੰ ਅਸੀਂ ਟਾਲ ਨਹੀਂ ਸਕਦੇ, ਚਾਹੇ ਉਹ ਰਜਾ ਸਾਨੂੰ ਪਸੰਦ ਹੈ ਚਾਹੇ ਨਹੀਂ ਪਸੰਦ, ਕਿਉਂਕਿ ਅਸੀਂ ਪਰਮੇਸ਼ਰ ਨੂੰ ਪੁੱਛ ਨਹੀਂ ਸਕਦੇ ਵੀ ਕਿਉਂ ਤੂੰ ਇੱਦਾਂ ਕੀਤਾ ਹੈ। ਪਰਮੇਸ਼ਰ ਨੇ ਸਿਰਫ ਇੱਦਾਂ ਕਰ ਦਿੱਤਾ ਹੈ। ਸਾਨੂੰ ਸਿਰਫ ਹੁਣ ਇਹ ਗੱਲ ਨੂੰ ਅਪਣਾਉਣ ਦੀ ਲੋੜ ਹੈ, ਕਿਉਂਕਿ ਸਾਨੂੰ ਸ਼ਾਂਤੀ ਇਸ ਚੀਜ਼ ਦੇ ਦੁਆਰਾ ਮਿਲਦੀ ਹੈ, ਇਸ ਕਿਰਪਾ ਦੇ ਦੁਆਰਾ ਸਾਨੂੰ ਚੰਗਾਈ ਮਿਲਦੀ ਹੈ, ਸ਼ਿਫਾ ਮਿਲਦੀ ਹੈ, ਸ਼ਾਂਤੀ ਮਿਲਦੀ ਹੈ ਅਤੇ ਸੰਤੁਸ਼ਟੀ ਮਿਲਦੀ ਹੈ, ਅਤੇ ਸਦੀਪਕ ਜੀਵਨ ਮਿਲਦਾ ਹੈ ਜੋ ਕਿ ਕੋਈ ਵੀ ਇਨਸਾਨ, ਕੋਈ ਵੀ ਧਰਮ, ਕੋਈ ਵੀ ਸਿਆਸਤ, ਕੋਈ ਵੀ ਪੋਲੀਟੀਸ਼ੀਅਨ, ਕੋਈ ਵੀ ਪਾਵਰ, ਕੋਈ ਵੀ ਸ਼ਕਤੀ ਇਸ ਸੰਸਾਰ ਵਿੱਚ ਨਹੀਂ ਦੇ ਸਕਦੀ। ਸਿਰਫ ਯਿਸੂ ਮਸੀਹ ਦੇ ਕੋਲ ਇਹ ਇੱਕ ਸ਼ਕਤੀ ਹੈ ਜੋ ਕਿ ਸਾਨੂੰ ਸਾਡੇ ਪਾਪਾਂ ਤੋਂ ਬਚਾਉਂਦੀ ਹੈ। ਅਸੀਂ ਫਿਰ ਪੜ੍ਹਦੇ ਹਾਂ, ਉਹ ਕਹਿੰਦਾ ਹੈ ਕਿ ਇਹ ਪਰਮੇਸ਼ਰ ਦੀ ਤੁਸੀਂ ਉਸਤਤ ਕਰੋ, ਅਤੇ ਇਹ ਚੀਜ਼, ਇਹ ਕਿਰਪਾ ਜੋ ਹੈ ਪਰਮੇਸ਼ਰ ਦੇ ਉਸਤਤ ਦੇਣ ਲਈ ਕੰਮ ਆਉਂਦੀ ਹੈ। ਕਿਉਂ? ਅਸੀਂ ਜਦੋਂ ਬਚਾਏ ਜਾਂਦੇ ਹਾਂ, ਅਸੀਂ ਆਪਣੇ ਲਈ ਨਹੀਂ ਬਚਾਏ ਜਾਂਦੇ, ਅਸੀਂ ਪਰਮੇਸ਼ਰ ਦੇ ਲਈ ਬਚਾਏ ਜਾਂਦੇ ਹਾਂ। ਹਾਂ, ਸਾਨੂੰ ਕਿੰਨੇ ਬੈਨੀਫਿਟ ਮਿਲਦੇ ਹਨ ਜਦੋਂ ਅਸੀਂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਬਣ ਜਾਂਦੇ ਹਾਂ, ਜਦੋਂ ਅਸੀਂ ਉਸ ਦੇ ਪੁੱਤਰ ਦੇ ਪੁੱਤਰੀਆਂ ਕਹਿਲਾਏ ਜਾਂਦੇ ਹਾਂ। ਸਾਨੂੰ ਸਦੀਪਕ ਜੀਵਨ ਮਿਲਦਾ ਹੈ, ਸਾਨੂੰ ਜਿੱਦਾਂ ਮੈਂ ਕਿਹਾ ਸ਼ਾਂਤੀ, ਸੰਤੁਸ਼ਟੀ, ਸਕੂਨ, ਇਹ ਸਭ ਜੋ ਹੈ ਦੁਨੀਆ ਦੇ ਕੋਲ ਨਹੀਂ ਹੈ। ਪਰਮੇਸ਼ਰ ਇਹ ਸਾਨੂੰ ਦਿੰਦਾ ਹੈ ਮੁਫਤ ਵਿੱਚ। ਕਿਉਂਕਿ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ। ਖੁਦਾਵੰਦ ਨੇ ਸਾਨੂੰ ਚੁਣਿਆ
ਤੇ ਖੁਦਾਵੰਦ ਨੇ ਸਾਨੂੰ ਬਚਾਇਆ। ਇਹ ਦੂਜੀ ਗੱਲ ਆ, ਖੁਦਾਵੰਦ ਨੇ ਸਾਨੂੰ ਬਚਾਇਆ। ਜਿਵੇਂ ਕਿ ਮੈਂ ਕਿਹਾ ਕਿ ਉਸਨੇ ਆਪਣੇ ਪੁੱਤਰ ਨੂੰ ਇਸ ਦੁਨੀਆ ਵਿੱਚ ਭੇਜਿਆ ਤੇ ਪੁੱਤਰ ਨੇ ਸਲੀਬ ਉੱਤੇ ਆਪਣਾ ਲਹੂ ਡੋਲ ਕੇ ਸਾਡੇ ਕਰਜ਼ੇ ਦਾ ਜੋ ਭਾਰ ਸੀ ਉਹ ਲਾਹ ਦਿੱਤਾ। ਤੇ ਇਹ ਖੁਦਾਵੰਦ ਦੀ ਮਰਜ਼ੀ ਹੈ, ਜਿੱਦਾਂ ਮੈਂ ਪੜ੍ਹਿਆ ਵੀ ਇਹ ਖੁਦਾਵੰਦ ਦੀ ਰਜ਼ਾ ਹੈ ਕਿ ਉਸਦੇ ਪੁੱਤਰ ਦੇ ਦੁਆਰਾ ਅਸੀਂ ਬਚਾਏ ਜਾਈਏ। ਹੁਣ ਉਸਦੇ ਪੁੱਤਰ ਦੇ ਦੁਆਰਾ ਕਿਉਂ ਅਸੀਂ ਬਚਾਏ ਜਾਂਦੇ ਹਾਂ? ਕਿਉਂਕਿ ਪੁੱਤਰ ਪਾਪ ਰਹਿਤ ਹੈ। ਪੁੱਤਰ ਪਾਪ ਰਹਿਤ ਹੈ ਤੇ ਉਹ ਖੁਦਾਵੰਦ ਦਾ ਮੇਮਣਾ ਹੈ ਜੋ ਕਿ ਸਾਡੇ ਲਈ ਬਲੀ ਦਿੱਤਾ ਜਾਂਦਾ ਹੈ। ਤੇ ਖੁਦਾਵੰਦ ਨੇ ਆਪਣੇ ਪੁੱਤਰ ਦੀ ਬਲੀ ਇੱਕ ਵਾਰ ਦੇ ਦਿੱਤੀ ਆ। ਉਸ ਦੀ ਬਲੀ ਦਾ ਜੋ ਇੱਕ ਇਫੈਕਟ ਹੈ, ਜੋ ਉਸ ਦਾ ਕੰਮ ਹੈ, ਉਹ ਸਦਾ ਸਦਾ ਤੱਕ ਹੀ ਚੱਲਦਾ ਰਹੇਗਾ। ਈਵਨ ਜਦੋਂ ਅਸੀਂ ਸਵਰਗ ਵਿੱਚ ਹੋਵਾਂਗੇ ਤਦ ਵੀ ਅਸੀਂ ਪ੍ਰਭੂ ਯਿਸੂ ਮਸੀਹ ਦਾ ਜੋ ਬਲੀ ਹੈ, ਜੋ ਉਸਨੇ ਸੈਕਰੀਫਾਈਸ ਕੀਤਾ ਹੈ, ਅਸੀਂ ਉਸਦੇ ਗਾਣ ਗਾਉਂਦੇ ਰਹਾਂਗੇ। ਜਿੱਦਾਂ ਕਿ ਅਸੀਂ ਪ੍ਰਕਾਸ਼ ਦੀ ਪੋਥੀ 'ਚ ਪੜ੍ਹਦੇ ਹਾਂ, ਉਸਦਾ 5ਵਾਂ ਅਧਿਆਇ, ਕਿਵੇਂ ਖੁਦਾਵੰਦ ਦੇ ਮੇਮਣੇ ਦੀ ਪ੍ਰਸ਼ੰਸਾ ਲੋਕ ਕਰਦੇ ਹਨ ਸਵਰਗ ਦੇ ਵਿੱਚ। ਕਿਉਂਕਿ ਬਿਨਾਂ ਸਲੀਬ ਤੋਂ, ਬਿਨਾਂ ਖੁਦਾਵੰਦ ਦੇ ਪੁੱਤਰ ਦੇ ਮਾਰੇ ਜਾਣ ਤੋਂ ਅਸੀਂ ਨਹੀਂ ਬਚਾਏ ਜਾ ਸਕਦੇ, ਪਰ ਪੁੱਤਰ ਦੇ ਕਰਕੇ ਹੁਣ ਅਸੀਂ ਸਵਰਗ ਦੇ ਵਿੱਚ ਕੀ ਜਾਂਦੇ ਹਾਂ। ਇਹ ਖੁਦਾਵੰਦ ਦਾ ਬਹੁਤ ਹੀ ਵੱਡਾ ਪਿਆਰ ਹੈ ਤੇ ਖੁਦਾਵੰਦ ਇੱਦਾਂ ਹੀ ਸਾਨੂੰ ਨਿਰਦੋਸ਼ ਕਰਾਰ ਕਰ ਦਿੰਦਾ ਹੈ। ਤੇ ਅਸੀਂ ਥੀਓਲੋਜੀ ਦੇ ਵਿੱਚ, ਬਾਈਬਲ ਸਟੱਡੀ ਦੇ ਵਿੱਚ ਇਹ ਗੱਲ ਪੜ੍ਹਦੇ ਹਾਂ, ਜਸਟੀਫਿਕੇਸ਼ਨ, ਵੀ ਖੁਦਾਵੰਦ ਹੁਣ ਸਾਨੂੰ ਨਿਰਦੋਸ਼ ਸਾਬਿਤ ਕਰ ਦਿੰਦਾ ਹੈ। ਜਦੋਂ ਅਸੀਂ ਪਹਿਲਾਂ ਦੋਸ਼ੀ ਸਾਂ, ਪਾਪ ਦੇ ਵਿੱਚ ਫਸੇ ਸਾਂ, ਗੰਦੇ ਕੰਮ ਕਰਦੇ ਸਾਂ, ਗੰਦੀਆਂ ਗੱਲਾਂ ਸੁਣਦੇ ਸਨ, ਚੁਗਲੀਆਂ ਕਰਦੇ ਸਨ, ਲੜਦੇ ਸਾਂ, ਝਗੜਦੇ ਸਾਂ, ਕਿੰਨਾ ਕੁਛ ਅਸੀਂ ਕਰਦੇ ਸੀ, ਉਹ ਹੁਣ ਕੀ ਖਤਮ ਹੋ ਗਿਆ। ਉਸ ਦਾ ਜੋ ਇੱਕ ਕਰਜ਼ਾ ਸੀ, ਪਾਪ ਦਾ ਜੋ ਕਰਜ਼ਾ ਸਾਡੇ ਮੋਢਿਆਂ 'ਤੇ ਸੀ, ਉਹ ਕੀ ਹੁਣ ਚੱਕਿਆ ਗਿਆ। ਕਿਉਂਕਿ ਪਰਮੇਸ਼ਰ ਨੇ ਸਾਨੂੰ ਨਿਰਦੋਸ਼ ਕਰ ਦਿੱਤਾ। ਇਸ ਕਰਕੇ ਅਸੀਂ ਰੋਮੀਆਂ ਦੇ ਖੱਤ ਉਹਦਾ 8ਵੇਂ ਅਧਿਆਇ 'ਚ ਪੜ੍ਹਦੇ ਹਾਂ, ਉਹਦੀ ਪਹਿਲੀ ਆਇਤ, ਵੀ ਜੋ ਕੋਈ ਮਸੀਹ ਦੇ ਵਿੱਚ ਹੈ ਹੁਣ ਉਹ ਕੀ ਨਿਰਦੋਸ਼ ਹੈ। ਤੇ ਹੁਣ ਕਈ ਵਾਰੀ ਮਸੀਹ ਲੋਕ ਇੱਦਾਂ ਭਟਕਦੇ ਰਹਿੰਦੇ ਹਨ ਜੋ ਕਿ ਸ਼ਾਇਦ ਉਹਨਾਂ ਦੇ ਦੋਸ਼ ਹੱਲੇ ਵੀ ਲੱਗਿਆ ਹੋਇਆ ਹੈ। ਜਦੋਂ ਪਰਮੇਸ਼ਰ ਨੇ ਤੁਹਾਨੂੰ ਨਿਰਦੋਸ਼ ਕਰਾਰ ਦਿੱਤਾ, ਹੁਣ ਤੁਹਾਡੇ 'ਤੇ ਕੋਈ ਵੀ ਦੋਸ਼ ਨਹੀਂ ਲਾ ਸਕਦਾ। ਪਰ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ ਕਿ ਜੇ ਅਸੀਂ ਪਾਪ 'ਚ ਫਸਦੇ ਹਾਂ ਤੇ ਫਿਰ ਕੀ ਅਸੀਂ ਦੁਬਾਰਾ ਆਪਣੇ ਅੰਤਰਾਤਮਾ ਦੇ ਵਿੱਚ ਆਪਣੇ ਆਪ ਨੂੰ ਦੋਸ਼ੀ ਪਾਉਂਦੇ ਹਾਂ। ਇਸ ਕਰਕੇ ਆਪਣੀ ਅੰਤਰਾਤਮਾ ਨੂੰ ਨਿਰਦੋਸ਼ ਰੱਖਣ ਲਈ ਤੇ ਖੁਦਾਵੰਦ ਦੇ ਨਾਲ ਸਹੀ ਚੱਲਣ ਲਈ ਤੁਹਾਨੂੰ ਹੁਣ ਪਾਪ ਦੇ ਨਾਲ ਲੜਨਾ ਪੈਣਾ ਹੈ। ਲੋਕਾਂ ਦੇ ਨਾਲ ਨਾ ਲੜੋ, ਪਾਪ ਦੇ ਨਾਲ ਲੜੋ। ਆਪਣੇ ਅੰਦਰ ਜਿਹੜਾ ਪਾਪ ਹੈ, ਜੋ ਕਿ ਖੁਦਾਵੰਦ ਨੇ ਉਸ ਦਾ ਕਰਜ਼ਾ ਲਾ ਦਿੱਤਾ ਹੈ, ਹੁਣ ਤੁਸੀਂ ਪਾਪ ਕਰਨਾ ਬੰਦ ਕਰ ਦਿਓ, ਚੁਗਲੀਆਂ ਕਰਨਾ ਬੰਦ ਕਰ ਦਿਓ, ਗੰਦੀਆਂ ਫਿਲਮਾਂ ਦੇਖਣਾ ਬੰਦ ਕਰ ਦਿਓ, ਜੂਆ ਖੇਲਣਾ ਬੰਦ ਕਰ ਦਿਓ। ਇੱਕ ਦੂਜੇ ਨਾਲ ਪਿਆਰ ਰੱਖੋ, ਖੁਦਾਵੰਦ ਦੇ ਨਾਲ ਪਿਆਰ ਰੱਖੋ, ਖੁਦਾਵੰਦ ਦੇ ਨਾਲ ਚੱਲਦੇ ਰਹੋ। ਕਿਉਂ ਇਹ ਚੀਜ਼ਾਂ ਜ਼ਰੂਰੀ ਹਨ? ਕਿਉਂਕਿ ਹੁਣ ਅਸੀਂ ਬਚਾਏ ਹੋਏ ਲੋਕ ਹਾਂ। ਖੁਦਾਵੰਦ ਨੇ ਆਪਣੇ ਲਹੂ ਦੇ ਨਾਲ ਸਾਨੂੰ ਨਿਰਦੋਸ਼ ਕਰਾਰ ਕਰ ਦਿੱਤਾ ਹੈ ਤੇ ਉਸ ਦੇ ਨਾਲ ਸਾਨੂੰ ਹੁਣ ਮਾਫੀ ਮਿਲ ਗਈ ਹੈ। ਤੇ ਫਿਰ ਅਸੀਂ ਪੜ੍ਹਦੇ ਹਾਂ 7ਵੀਂ ਆਇਤ ਵਿੱਚ ਕਿ ਮਸੀਹ ਦੇ ਨਿਮਿਤ ਸਾਨੂੰ ਉਸ ਦੇ ਲਹੂ ਰਾਹੀਂ ਆਜ਼ਾਦੀ ਦਿੱਤੀ ਗਈ ਸੀ। ਸਾਡੇ ਕੋਲ ਪਰਮੇਸ਼ਵਰ ਦੀ ਅਪਾਰ ਕਿਰਪਾ ਦੁਆਰਾ ਆਪਣੇ ਪਾਪਾਂ ਦੀ ਮਾਫੀ ਮਿਲੀ ਹੈ। ਪਾਪਾਂ ਦੀ ਮਾਫੀ ਜੋ ਹੈ ਖੁਦਾਵੰਦ ਪਰਮੇਸ਼ਵਰ ਦਿੰਦਾ ਹੈ ਸਾਨੂੰ, ਅਸੀਂ ਆਪਣੇ ਕੰਮਾਂ ਦੇ ਰਾਹੀਂ ਨਹੀਂ ਲੈਂਦੇ। ਕਈਆਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਪਾਪ ਨੂੰ, ਜੋ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਉਹ ਆਪਣੇ ਆਪ ਨੂੰ ਆਪ ਸਾਫ਼ ਕਰ ਸਕਦੇ ਹਨ। ਇਹ ਕਦੀ ਵੀ ਨਹੀਂ ਹੋ ਸਕਦਾ। ਕਿਉਂਕਿ ਅਸੀਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਸਾਫ਼ ਕਰੀ ਜਾਈਏ, ਅਸੀਂ ਕਦੀ ਸਾਫ਼ ਨਹੀਂ ਕਰ ਸਕਦੇ ਆਪਣੇ ਆਪ ਨੂੰ। ਪ੍ਰਭੂ ਯਿਸੂ ਮਸੀਹ ਪਾਪ ਰਹਿਤ ਸੀ ਤੇ ਉਹ ਸਾਡੇ ਲਈ ਪਾਪ ਦਾ ਪ੍ਰਾਸ਼ਚਿਤ ਬਣ ਗਿਆ। ਇਸ ਲਈ ਉਸ ਦਾ ਜੋ ਹੁਣ ਉਸ ਦੀ ਜੋ ਪਵਿੱਤਰਤਾ ਹੀ ਹੈ, ਉਹ ਹੁਣ ਕੀ ਸਾਡੇ ਉੱਪਰ ਲਗਾਈ ਜਾਂਦੀ ਹੈ। ਇਸ ਲਈ ਅਸੀਂ ਹੁਣ ਖੁਦਾਵੰਦ ਦੇ ਰਾਜ ਦੇ ਵਿੱਚ ਦਾਖਲ ਹੁੰਦੇ ਹਾਂ ਤੇ ਖੁਦਾਵੰਦ ਸਾਨੂੰ ਅਪਣਾਉਂਦਾ ਹੈ। ਅਸੀਂ ਕਦੀ ਖੁਦਾਵੰਦ ਨੂੰ ਨਹੀਂ ਅਪਣਾਉਂਦੇ, ਅਸੀਂ ਪਰਮੇਸ਼ਰ ਨੂੰ ਕਦੀ ਨਹੀਂ ਅਪਣਾ ਸਕਦੇ, ਪਰ ਖੁਦਾਵੰਦ ਸਾਨੂੰ ਅਪਣਾਉਂਦਾ ਹੈ ਕਿਉਂਕਿ ਅਸੀਂ ਭੁੱਲੇ ਸਾਂ, ਅਸੀਂ ਖੁਦਾਵੰਦ ਨੂੰ ਨਹੀਂ ਸੀ ਜਾਣਦੇ। ਫਿਰ ਅਸੀਂ ਕਿਵੇਂ ਖੁਦਾਵੰਦ ਨੂੰ ਆਪਣੀ ਜ਼ਿੰਦਗੀ ਵਿੱਚ ਲਿਆ ਸਕਦੇ ਹਾਂ? ਖੁਦਾਵੰਦ ਨੇ ਸਾਨੂੰ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ ਹੈ, ਖੁਦਾਵੰਦ ਯਿਸੂ ਮਸੀਹ ਦੇ ਜ਼ਰੀਏ, ਜੋ ਕਿ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਹੈ। ਤੇ ਉਸਨੇ ਸਾਨੂੰ ਕਿੰਨਾ ਪ੍ਰੇਮ ਕੀਤਾ ਹੈ ਆਪਣੇ ਪੁੱਤਰ ਦੇ ਵਿੱਚ। ਜਿਵੇਂ ਉਹ ਪੁੱਤਰ ਨੂੰ ਇਸ ਦੁਨੀਆ ਦੇ ਵਿੱਚ ਭੇਜਦਾ ਹੈ ਤੇ ਸਾਡੇ ਪਾਪਾਂ ਦੀ ਮਾਫੀ ਲਈ ਉਸਨੇ ਆਪਣੇ ਆਪ ਨੂੰ ਸਲੀਬ ਉੱਤੇ ਚੜ੍ਹਾ ਲਿਆ। ਉਸ ਦੇ ਜ਼ਰੀਏ ਹੁਣ ਅਸੀਂ ਕੀ ਬਚਾਏ ਜਾਂਦੇ ਹਾਂ।
ਤੇ ਖੁਦਾਵੰਦ ਯਿਸੂ ਮਸੀਹ ਤੀਜੇ ਦਿਨ ਜਿੰਦਾ ਹੋ ਗਿਆ। ਇਹ ਖੁਸ਼ਖਬਰੀ ਹੈ ਕਿ ਜਿਵੇਂ ਖੁਦਾਵੰਦ ਜਿੰਦਾ ਹੈ, ਹੁਣ ਅਸੀਂ ਵੀ ਖੁਦਾਵੰਦ ਦੇ ਰਾਜ ਵਿੱਚ ਜਿੰਦਾ ਰਵਾਂਗੇ। ਹਾਲਾਂਕਿ ਅਸੀਂ ਇਸ ਸੰਸਾਰ ਨੂੰ ਛੱਡ ਕੇ ਜਾਵਾਂਗੇ ਕਿਸੇ ਨਾ ਕਿਸੇ ਦਿਨ, ਪਰ ਖੁਦਾਵੰਦ ਦੇ ਰਾਜ ਵਿੱਚ ਅਸੀਂ ਕਦੇ ਵੀ ਨਹੀਂ ਮਰਾਂਗੇ। ਇਹ ਇੱਕ ਵਾਅਦਾ ਹੈ ਖੁਦਾਵੰਦ ਦਾ, ਜੋ ਕਿ ਹਰੇਕ ਮਸੀਹ ਨੂੰ ਦਿੱਤਾ ਜਾਂਦਾ ਹੈ। ਪਰ ਹਲੇ ਅਸੀਂ ਇਸ ਸੰਸਾਰ ਦੇ ਵਿੱਚ ਹਾਂ। ਅਤੇ ਤੀਜੀ ਗੱਲ ਇਹ ਹੈ ਕਿ ਜਿਸ ਖੁਦਾਵੰਦ ਨੇ ਸਾਨੂੰ ਬਚਾਇਆ, ਜਿਸ ਖੁਦਾਵੰਦ ਨੇ ਸਾਨੂੰ ਬੁਲਾਇਆ, ਉਹ ਹੁਣ ਸਾਨੂੰ ਆਪਣੇ ਆਪ ਵਿੱਚ ਬਣਾ ਕੇ ਵੀ ਰੱਖਦਾ ਹੈ। ਸਾਨੂੰ ਨਿਰਦੋਸ਼ ਕਰਾਰ ਕਰਕੇ ਸਾਨੂੰ ਨਿਰਦੋਸ਼ ਦੀ ਜ਼ਿੰਦਗੀ ਦਿੰਦਾ ਹੈ, ਜੋ ਕਿ ਪਵਿੱਤਰਤਾਈ ਵਾਲੀ ਜ਼ਿੰਦਗੀ ਹੈ। ਅਤੇ ਖੁਦਾਵੰਦ ਸਾਨੂੰ ਬਚਾਉਂਦਾ ਹੈ, ਬੁਲਾਉਂਦਾ ਹੈ, ਬਚਾਉਂਦਾ ਹੈ, ਅਤੇ ਖੁਦਾਵੰਦ ਹੀ ਸਾਨੂੰ ਅੱਗੇ ਲੈ ਕੇ ਜਾਂਦਾ ਹੈ। ਖੁਦਾਵੰਦ ਹੀ ਸਾਨੂੰ ਆਪਣੇ ਰਾਹ ਦੇ ਉੱਤੇ ਚੱਲਣ ਲਈ ਬਲ ਬਖਸ਼ਦਾ ਹੈ। ਖੁਦਾਵੰਦ ਦੇ ਵਿੱਚ, ਯਿਸੂ ਮਸੀਹ ਦੇ ਵਿੱਚ ਪਾਪੀ ਸਾਫ਼ ਹੋ ਜਾਂਦੇ ਹਨ। ਹੁਣ ਕਈ ਲੋਕ ਇੱਦਾਂ ਕਹਿੰਦੇ ਹਨ ਕਿ ਮੈਂ ਇੰਨੇ ਪਾਪ ਕੀਤੇ ਹਨ, ਮੈਂ ਕਦੀ ਵੀ ਸਾਫ਼ ਨਹੀਂ ਹੋ ਸਕਦਾ। ਖੁਦਾਵੰਦ ਯਿਸੂ ਮਸੀਹ ਕਹਿੰਦਾ ਹੈ, ਜੋ ਕੋਈ ਮੇਰੇ ਕੋਲ ਆਉਂਦਾ ਹੈ, ਮੈਂ ਕਦੀ ਵੀ ਉਹਨਾਂ ਨੂੰ ਨਕਾਰਦਾ ਨਹੀਂ ਹਾਂ। ਉਹ ਕਹਿੰਦਾ ਹੈ, ਹੇ ਭਾਰ ਦੇ ਹੇਠੇ ਹੋਏ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਕੀ ਆਰਾਮ ਦੇਵਾਂਗਾ। ਜਦੋਂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਇਹ ਗੱਲ ਕਰਦਾ ਹੈ, ਉਹ ਗੱਲ ਇਹਦੀ ਨਹੀਂ ਕਰਦਾ ਕਿ ਮੈਂ ਤੁਹਾਡੇ ਪੈਸੇ ਦਾ ਕਰਜ਼ਾ ਅਦਾ ਕਰ ਦਊਂਗਾ, ਜਾਂ ਤੁਹਾਨੂੰ ਮੈਂ ਵੱਡੇ ਘਰ ਦੇ ਦਊਂਗਾ, ਚੰਗੀਆਂ ਜੋਬਾਂ ਦੇ ਦਊਂਗਾ। ਨਾ, ਪ੍ਰਭੂ ਯਿਸੂ ਮਸੀਹ ਉਹ ਇਸ ਗੱਲ ਨੂੰ ਕਹਿਣਾ ਚਾਹੁੰਦਾ ਹੈ ਜਦੋਂ ਉਹ ਕਹਿੰਦਾ ਹੈ ਕਿ ਭਾਰ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਓ। ਉਹ ਕਹਿੰਦਾ ਹੈ, ਪਾਪ ਦੇ ਭਾਰ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਮਾਫੀ ਦੇਵਾਂਗਾ। ਅਤੇ ਉਸ ਮਾਫੀ ਦੇ ਰਾਹੀਂ ਤੁਹਾਨੂੰ ਕੀ ਸਕੂਨ ਮਿਲੇਗਾ, ਸ਼ਾਂਤੀ ਮਿਲੇਗੀ। ਅਤੇ ਪਾਪੀ ਸਾਫ਼ ਹੋ ਜਾਂਦੇ ਹਨ ਖੁਦਾਵੰਦ ਯਿਸੂ ਮਸੀਹ ਦੇ ਕੋਲ ਆ ਕੇ। ਅਤੇ ਖੁਦਾਵੰਦ ਦੇ ਲੋਕ ਹੀ ਹੁਣ ਖੁਦਾਵੰਦ ਦੀ ਰੋਸ਼ਨੀ ਦੇ ਵਿੱਚ ਚੱਲਣ ਲੱਗ ਪੈਂਦੇ ਹਨ। ਫਿਰ ਅਸੀਂ ਦੇਖਦੇ ਹਾਂ, ਪਰਮੇਸ਼ਵਰ ਨੇ ਆਪਣੀ ਪੂਰੀ ਕਿਰਪਾ, ਸਿਆਣਪ ਅਤੇ ਗਿਆਨ ਸਾਡੇ ਉੱਤੇ ਮੁਫਤ ਛਿੜਕਿਆ ਹੈ। ਉਸਨੇ ਆਪਣੀ ਗੁਪਤ ਯੋਜਨਾ ਆਪਣੀ ਇੱਛਾ ਅਨੁਸਾਰ ਸਾਨੂੰ ਪ੍ਰਗਟ ਕੀਤੀ, ਅਤੇ ਉਸ ਨੇ ਇਹ ਯੋਜਨਾ ਮਸੀਹ ਰਾਹੀਂ ਪੂਰਨ ਕਰਨ ਦਾ ਨਿਸ਼ਚਾ ਕੀਤਾ। ਪਰਮੇਸ਼ਵਰ ਨੇ ਸਾਨੂੰ ਆਪਣੀ ਕਿਰਪਾ ਦੇ ਜ਼ਰੀਏ ਹੁਣ ਪਵਿੱਤਰਤਾ ਹੀ ਦੇ ਦਿੱਤੀ ਹੈ, ਅਤੇ ਉਹ ਸਾਨੂੰ ਹੁਣ ਮਸੀਹ ਯਿਸੂ ਦੇ ਵਿੱਚ ਕੀ ਰੱਖਦਾ ਹੈ। ਅਸੀਂ ਹੁਣ ਖੁਦਾਵੰਦ ਯਿਸੂ ਮਸੀਹ ਦੇ ਨਾਲ ਜੁੜ ਗਏ ਹਾਂ। ਜਿਵੇਂ ਕਿ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਅੰਗੂਰਾਂ ਦੀ ਬੇਲ ਹਾਂ ਅਤੇ ਮੇਰਾ ਪਿਤਾ ਇੱਕ ਬਾਗਵਾਨ ਹੈ, ਅਤੇ ਤੁਸੀਂ ਵੀ ਉਹ ਬੇਲਾਂ ਹੋ ਜੋ ਕਿ ਮੇਰੇ ਨਾਲ ਜੁੜੀਆਂ ਹੋਈਆਂ ਹੋ। ਜਿਹੜੀ ਬੇਲ ਫਲ ਨਹੀਂ ਦਿੰਦੀ ਉਹ ਕੱਟ ਦਿੱਤੀ ਜਾਂਦੀ ਹੈ ਅਤੇ ਸੁੱਟ ਦਿੱਤੀ ਜਾਂਦੀ ਹੈ, ਪਰ ਜਿਹੜੀ ਬੇਲ ਫਲ ਦਿੰਦੀ ਹੈ ਉਹਨੂੰ ਬਾਗਵਾਨ ਪਿਤਾ ਛਾਂਟਦਾ ਹੈ, ਤਾਂ ਕਿ ਉਹ ਹੋਰ ਫਲਦਾਇਕ ਹੋ ਜਾਵੇ। ਅਤੇ ਅਸੀਂ ਜਦੋਂ ਇਹ ਗੱਲ ਪੜ੍ਹਦੇ ਹਾਂ ਅਤੇ ਸਾਨੂੰ ਫਿਰ ਪਤਾ ਲੱਗਦਾ ਹੈ ਕਿ ਮਸੀਹ ਯਿਸੂ ਦੇ ਨਾਲ ਜੁੜਾ ਰਹਿਣਾ ਕਿੰਨਾ ਹੀ ਇੰਪੋਰਟੈਂਟ ਹੈ, ਕਿੰਨੀ ਜ਼ਰੂਰੀ ਗੱਲ ਹੈ ਇਹ। ਕਿਉਂਕਿ ਬਿਨਾਂ ਮਸੀਹ ਤੋਂ ਅਸੀਂ ਫਲਦਾਇਕ ਨਹੀਂ ਹੋ ਸਕਦੇ, ਜੋ ਕਿ ਇੱਕ ਸਾਡੇ ਬਚੇ ਹੋਣ ਦਾ ਚਿੰਨ੍ਹ ਹੈ। ਜੇ ਅਸੀਂ ਖੁਦਾਵੰਦ ਦੇ ਵਿੱਚ ਹਾਂ ਅਤੇ ਅਸੀਂ ਖੁਦਾਵੰਦ ਦਾ ਜੋ ਮਸੀਹੀ ਜੀਵਨ ਹੈ ਸਾਡੀ ਜ਼ਿੰਦਗੀਆਂ ਦੇ ਵਿੱਚ, ਅਸੀਂ ਉਸ ਵਿੱਚ ਫਲਦਾਇਕ ਹੋ ਜਾਈਏ। ਇਸੇ ਲਈ ਹੁਣ ਜਦੋਂ ਪਾਪ ਸਾਡੇ ਮਾਫ ਹੁੰਦੇ ਹਨ, ਅਸੀਂ ਖੁਦਾਵੰਦ ਨੂੰ ਮਹਿਮਾ ਦਿੰਦੇ ਹਾਂ ਅਤੇ ਖੁਦਾਵੰਦ ਦੇ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਅਤੇ ਖੁਦਾਵੰਦ ਦੇ ਕੋਲ ਆ ਕੇ ਅਸੀਂ ਪ੍ਰਾਰਥਨਾ ਕਰਦੇ ਹਾਂ, ਖੁਦਾਵੰਦ ਦੀ ਨਾਮ ਨੂੰ ਮਹਿਮਾ ਦਿੰਦੇ ਹਾਂ, ਖੁਦਾਵੰਦ ਦੇ ਲੋਕਾਂ ਨੂੰ ਇਨਕਰੇਜ ਕਰਦੇ ਹਾਂ, ਅਤੇ ਖੁਦਾਵੰਦ ਯਿਸੂ ਮਸੀਹ ਦੇ ਆਮਦ ਦੀ ਵੀ ਅਸੀਂ ਵੇਟ ਕਰਦੇ ਹਾਂ, ਉਸ ਦਾ ਇੰਤਜ਼ਾਰ ਕਰਦੇ ਹਾਂ। ਕਿਉਂਕਿ ਹੁਣ ਅਸੀਂ ਪਵਿੱਤਰ ਹੋ ਗਏ ਹਾਂ। ਅਸੀਂ ਹੁਣ ਇਸ ਸੰਸਾਰ ਦੇ ਵਾਸੀ ਨਹੀਂ ਹਾਂ, ਅਸੀਂ ਸਵਰਗ ਦੇ ਵਾਸੀ ਹਾਂ, ਅਤੇ ਅਸੀਂ ਹੁਣ ਸਵਰਗ ਦਾ ਜੋ ਬੂਹਾ ਸਾਡੇ ਲਈ ਖੁੱਲ੍ਹ ਗਿਆ ਹੈ, ਉਸ ਵਿੱਚ ਜਾਣ ਲਈ ਇੰਤਜ਼ਾਰ ਕਰ ਰਹੇ ਹਾਂ। ਜਿਸ ਦਿਨ ਯਿਸੂ ਮਸੀਹ ਇਸ ਸੰਸਾਰ 'ਤੇ ਆ ਗਿਆ, ਉਸ ਦਿਨ ਖੁਦਾਵੰਦ ਦੇ ਲੋਕਾਂ ਨੂੰ ਖੁਦਾਵੰਦ ਨੇ ਬਚਾ ਲੈਣਾ ਹੈ, ਅਤੇ ਜਿੰਨੇ ਲੋਕ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਨਹੀਂ ਪਾਏ ਜਾਣਗੇ, ਉਹਨਾਂ ਨੂੰ ਨਰਕ ਵਿੱਚ ਸੁੱਟ ਦਿੱਤਾ ਜਾਵੇਗਾ। ਅਤੇ ਸਾਨੂੰ ਇਸ ਗੱਲ ਕਰਕੇ ਕਿੰਨਾ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਖੁਦਾਵੰਦ ਦੇ ਵੱਲ ਮੁੜੋ। ਯਿਸੂ ਮਸੀਹ ਨੇ ਤੁਹਾਡਾ ਕਰਜ਼ਾ ਅਦਾ ਕਰ ਦਿੱਤਾ ਹੈ। ਹੁਣ ਤੁਸੀਂ ਉਸ ਦੇ ਉੱਤੇ ਵਿਸ਼ਵਾਸ ਕਰਕੇ ਆਪਣੇ ਪਾਪਾਂ ਦੀ ਮਾਫੀ ਲੈ ਸਕਦੇ ਹੋ ਅਤੇ ਖੁਦਾਵੰਦ ਦੇ ਨਾਲ ਜੁੜ ਸਕਦੇ ਹੋ, ਤਾਂ ਕਿ ਜੋ ਚੰਗੀਆਂ ਚੀਜ਼ਾਂ ਖੁਦਾਵੰਦ ਆਪਣੇ ਲੋਕਾਂ ਨੂੰ ਦਿੰਦਾ ਹੈ ਉਹ ਤੁਹਾਨੂੰ ਵੀ ਮਿਲ ਜਾਵੇ। ਪਰ ਇਹਨਾਂ ਸਭ ਗੱਲਾਂ ਦੇ ਵਿੱਚ ਖੁਦਾਵੰਦ ਦੇ ਨਾਮ ਦੀ ਮਹਿਮਾ ਹੁੰਦੀ ਹੈ, ਸਾਡੀ ਆਪਣੀ ਮਹਿਮਾ ਨਹੀਂ ਹੁੰਦੀ।
ਸਾਨੂੰ ਆਪਣੇ ਨਾਮ ਨੂੰ ਮਹਿਮਾ ਨਹੀਂ ਦੇਣੀ ਚਾਹੀਦੀ, ਬਲਕਿ ਖੁਦਾਵੰਦ ਦੇ ਨਾਮ ਨੂੰ ਮਹਿਮਾ ਦੇਣੀ ਚਾਹੀਦੀ ਹੈ। ਅਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਪਾਪਾਂ ਦੀ ਮਾਫੀ ਮਿਲਦੀ ਹੈ। ਜੋ ਦੋਸ਼ੀ ਸਨ ਉਹਨਾਂ ਨੂੰ ਨਿਰਦੋਸ਼ ਕਰਾਰ ਕੀਤਾ ਜਾਂਦਾ ਹੈ। ਜੋ ਹੰਕਾਰੀ ਸਨ ਉਹਨਾਂ ਦਾ ਹੰਕਾਰ ਜਾਂਦਾ ਗਿਆ ਅਤੇ ਉਹਨਾਂ ਨੇ ਆਪਣੇ ਆਪ ਨੂੰ ਕੀ ਖੁਦਾਵੰਦ ਦੇ ਵਿੱਚ ਹਲੀਮ ਕਰ ਲਿਆ। ਇਹ ਕਿਵੇਂ ਪੋਸੀਬਲ ਹੈ? ਇਹ ਚੀਜ਼ ਕਿਵੇਂ ਹੋ ਸਕਦੀ ਹੈ? ਇਹ ਸਿਰਫ ਮਸੀਹ ਦੇ ਦੁਆਰਾ ਹੀ ਹੋ ਸਕਦੀ ਹੈ। ਮਸੀਹ ਹੀ ਸਾਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਉਹ ਸਾਨੂੰ ਬੁਲਾਉਂਦਾ ਹੈ ਅਤੇ ਬਚਾਉਂਦਾ ਹੈ ਅਤੇ ਸਾਨੂੰ ਨਵੀਂ ਜ਼ਿੰਦਗੀ ਦਿੰਦਾ ਹੈ। ਅਤੇ ਅਸੀਂ ਦੇਖਦੇ ਹਾਂ ਵੀ ਸਾਨੂੰ ਹੁਣ ਕਿੰਨਾ ਮਸੀਹ ਦੇ ਨਾਲ ਜੁੜਨ ਦੀ ਲੋੜ ਹੈ। ਹੁਣ ਇੱਕ ਗੱਲ ਇਹ ਵੀ ਹੈ, ਜੋ ਕੋਈ ਮਸੀਹ ਹੈ, ਜੋ ਕੋਈ ਸੱਚਾ ਮਸੀਹ ਹੈ ਜਿਹੜਾ ਕਿ ਬਚਾਇਆ ਗਿਆ ਹੈ। ਹੁਣ ਕਿੰਨੇ ਨਾਮ ਦੇ ਤਾਂ ਮਸੀਹ ਹਨ, ਪਰ ਉਹ ਬਚਾਏ ਨਹੀਂ ਹੋਏ ਕਿਉਂਕਿ ਉਹ ਮਸੀਹ ਤੋਂ ਦੂਰ ਸੀ। ਹੁਣ ਮੈਂ ਵੀ ਜਦੋਂ ਮੈਂ ਛੋਟਾ ਹੁੰਦਾ ਸੀਗਾ, ਜਦੋਂ ਮੈਂ 14-15 ਸਾਲ ਦਾ ਹੁੰਦਾ ਸੀ, ਮੈਂ ਚਰਚ ਜਾਂਦਾ ਹੁੰਦਾ ਸੀਗਾ ਕਿਉਂਕਿ ਮੇਰੇ ਮੰਮੀ ਡੈਡੀ ਚਰਚ ਜਾਂਦੇ ਸੀ। ਮੈਨੂੰ ਕੋਈ ਇੰਨਾ ਚਰਚ ਵਿੱਚ ਨਹੀਂ ਸੀ ਇੰਟਰਸਟ, ਨਾ ਖੁਦਾਵੰਦ ਦੇ ਕੰਮਾਂ ਦੇ ਵਿੱਚ ਇੰਟਰਸਟ ਸੀ, ਨਾ ਖੁਦਾਵੰਦ ਦੀ ਬਾਈਬਲ ਦੇ ਵਿੱਚ ਇੰਟਰਸਟ ਸੀ, ਅਤੇ ਮੈਂ ਬਚਾਇਆ ਨਹੀਂ ਹੋਇਆ ਸੀ। ਹਾਲਾਂਕਿ ਕਈ ਲੋਕ ਸੋਚਦੇ ਸਨ ਕਿ ਇਹ ਇਨਸਾਨ ਬਚਿਆ ਹੋਇਆ ਹੈ ਕਿਉਂਕਿ ਇਹ ਚਰਚ ਜਾਂਦਾ ਹੈ ਅਤੇ ਬਾਈਬਲ ਪੜ੍ਹਦਾ ਹੈ ਲੋਕਾਂ ਦੇ ਨਾਲ। ਖੁਦਾਵੰਦ ਕਹਿੰਦਾ ਹੈ ਆਪਣੇ ਆਪ ਨੂੰ ਧੋਖਾ ਨਾ ਦੇਵੋ ਅਤੇ ਲੋਕਾਂ ਨੂੰ ਧੋਖਾ ਨਾ ਦੇਵੋ। ਮੈਂ ਧੋਖੇ ਦੀ ਜ਼ਿੰਦਗੀ ਜੀਂਦਾ ਸੀ। ਕਿਉਂਕਿ ਜਦੋਂ ਮੈਂ ਛੋਟਾ ਹੁੰਦਾ ਸੀਗਾ, 15, 16, 17, 18 ਸਾਲਾਂ, ਈਵਨ ਕਿ 20-21 ਸਾਲ ਦੇ ਵਿੱਚ ਵੀ ਮੈਂ ਖੁਦਾਵੰਦ ਨੂੰ ਨਹੀਂ ਸੀ ਜਾਣਦਾ, ਹਾਲਾਂਕਿ ਮੈਂ ਚਰਚ ਜਾਂਦਾ ਸੀ। ਪਰ ਜਿਸ ਦਿਨ ਖੁਦਾਵੰਦ ਦੇ ਪਵਿੱਤਰ ਆਤਮਾ ਨੇ ਮੇਰੇ ਦਿਲ ਨੂੰ ਕਾਇਲ ਕਰ ਦਿੱਤਾ ਅਤੇ ਮੈਂ ਖੁਦਾਵੰਦ ਦੇ ਵਚਨਾਂ ਨੂੰ ਜਾਣ ਲਿਆ ਅਤੇ ਖੁਦਾਵੰਦ ਮੇਰੇ ਨਾਲ ਗੱਲ ਕਰਨ ਲੱਗ ਪਿਆ ਅਤੇ ਉਸਨੇ ਮੈਨੂੰ ਦੱਸਿਆ ਕਿਵੇਂ ਖੁਦਾਵੰਦ ਯਿਸੂ ਮਸੀਹ ਨੇ ਮੇਰੇ ਪਾਪਾਂ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਅਤੇ ਹੁਣ ਉਹ ਚਾਹੁੰਦਾ ਹੈ ਕਿ ਮੈਂ ਖੁਦਾਵੰਦ ਦੀ ਸੇਵਕਾਈ ਕਰਾਂ, ਖੁਦਾਵੰਦ ਦੇ ਨਾਮ ਨੂੰ ਜਾਣਾ ਅਤੇ ਆਪਣੇ ਪਾਪਾਂ ਤੋਂ ਤੌਬਾ ਕਰਾਂ ਅਤੇ ਆਪਣੇ ਆਪ ਨੂੰ ਖੁਦਾਵੰਦ ਦੇ ਵੱਲ ਮੋੜਾਂ। ਅਤੇ ਜਦੋਂ ਉਹ ਗੱਲ ਮੇਰੀ ਜ਼ਿੰਦਗੀ 'ਚ ਹੋ ਗਈ, ਮੈਨੂੰ ਮਾਫੀ ਮਿਲ ਗਈ ਅਤੇ ਮੈਂ ਕਿਹਾ ਖੁਦਾਵੰਦ ਵਾਕਈ ਤੂੰ ਮਹਾਨ ਹੈ ਅਤੇ ਵਾਕਈ ਮੈਂ ਪਾਪੀ ਹਾਂ। ਤੇਰਾ ਨਾਮ ਵੱਧਦਾ ਰਹੇ ਮੇਰੀ ਜ਼ਿੰਦਗੀ ਦੇ ਵਿੱਚ ਅਤੇ ਮੇਰਾ ਨਾਮ ਕੀ ਘਟਦਾ ਰਹੇ, ਜਿਵੇਂ ਕਿ ਯਹੂਨਾ ਬਪਤਿਸਮਾ ਦੇਣ ਵਾਲਾ ਗੱਲ ਕਰਦਾ ਹੈ। ਕਿਉਂ ਇਹ ਗੱਲ ਜ਼ਰੂਰੀ ਹੈ? ਕਈ ਲੋਕ ਬੁਲਾਏ ਜਾਂਦੇ ਹਨ ਪਰ ਸਿਰਫ ਥੋੜ੍ਹੇ ਬਚਾਏ ਜਾਂਦੇ ਹਨ ਅਤੇ ਸਾਨੂੰ ਕਿੰਨਾ ਡਰਨ ਦੀ ਲੋੜ ਹੈ ਅਤੇ ਆਪਣੇ ਦਿਲਾਂ ਨੂੰ ਜਾਂਚਣ ਦੀ ਲੋੜ ਹੈ ਕਿ ਅਸੀਂ ਮਸੀਹ ਦੇ ਨਾਲ ਜੁੜੇ ਹਾਂ। ਕੀ ਸਾਨੂੰ ਮਸੀਹ ਨੇ ਆਪਣੇ ਨਾਲ ਜੋੜਿਆ ਹੈ ਤਾਂ ਕਿ ਹੁਣ ਅਸੀਂ ਮਸੀਹ ਦੇ ਨਾਲ ਜੁੜੇ ਹਾਂ? ਇਹ ਬਹੁਤ ਹੀ ਮਹੱਤਵਪੂਰਨ ਗੱਲ ਹੈ। ਕਈ ਲੋਕ ਆਪਣੇ ਆਪ ਨੂੰ ਤਾਂ ਜੋੜ ਲੈਂਦੇ ਹਨ ਮਸੀਹ ਦੇ ਨਾਲ, ਗੀਤਾਂ ਦੇ ਵਿੱਚ ਮੇਰੀ ਆਵਾਜ਼ ਵਧੀਆ ਹੈ, ਮੈਂ ਗਾਣੇ ਗਾ ਸਕਦਾ ਹਾਂ, ਚਰਚ ਦੇ ਵਿੱਚ ਮੈਂ ਇੰਸਟਰੂਮੈਂਟ ਵਜਾ ਸਕਦਾ ਹਾਂ, ਜਾਂ ਮੈਂ ਲੋਕਾਂ ਨਾਲ ਮੈਨੂੰ ਮਿਲਣਾ ਚੰਗਾ ਲੱਗਦਾ ਹੈ, ਇਸ ਕਰਕੇ ਮੇਰਾ ਟਾਈਮ ਪਾਸ ਵਧੀਆ ਹੋ ਜਾਂਦਾ ਹੈ। ਜੇ ਇਹਨਾਂ ਗੱਲਾਂ ਕਰਕੇ ਅਸੀਂ ਚਰਚ ਜਾਂਦੇ ਹਾਂ ਨਾ, ਫਿਰ ਸਾਨੂੰ ਆਪਣੇ ਦਿਲਾਂ ਨੂੰ ਜਾਂਚਣ ਦੀ ਲੋੜ ਹੈ। ਸ਼ਾਇਦ ਕਈ ਲੋਕ ਜਾਂਦੇ ਹਨ ਚਰਚ ਦੇ ਵਿੱਚ ਕਿਉਂਕਿ ਉਹ ਦੂਜੇ ਲੋਕਾਂ ਨੂੰ ਦਿਖਾ ਸਕਣ ਕਿ ਮੈਂ ਕਿੰਨਾ ਵਧੀਆ ਹਾਂ, ਮੈਂ ਖੁਦਾਵੰਦ ਦੇ ਨਾਲ ਚੱਲਦਾ ਹਾਂ, ਮੈਂ ਬਹੁਤ ਵਧੀਆ ਬਾਈਬਲ ਪੜ੍ਹ ਲੈਂਦਾ ਹਾਂ। ਜੇ ਇਹਨਾਂ ਚੀਜ਼ਾਂ ਦੇ ਕਰਕੇ ਅਸੀਂ ਪਰਮੇਸ਼ਵਰ ਦੇ ਕੋਲ ਆਉਂਦੇ ਹਾਂ, ਪਰਮੇਸ਼ਵਰ ਇਹਨਾਂ ਚੀਜ਼ਾਂ ਦੇ ਦੁਆਰਾ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ ਨਹੀਂ ਹੈ। ਪਰਮੇਸ਼ਵਰ ਉਦੋਂ ਖੁਸ਼ ਹੁੰਦਾ ਹੈ ਜਦੋਂ ਅਸੀਂ ਮਸੀਹ ਦੇ ਵਿੱਚ ਆਉਂਦੇ ਹਾਂ, ਆਪਣੇ ਆਪ ਨੂੰ ਹਲੀਮ ਕਰਦੇ ਹਾਂ ਅਤੇ ਖੁਦਾਵੰਦ ਦੇ ਵੱਲ ਜੋੜਦੇ ਹਾਂ। ਅਸੀਂ ਕਿਤੇ ਵੀ ਰਹੀਏ, ਅਸੀਂ ਕੁਛ ਵੀ ਕੰਮ ਕਰੀਏ, ਜੇ ਅਸੀਂ ਮਸੀਹ ਦੇ ਨਾਲ ਨਹੀਂ ਜੁੜੇ, ਚਾਹੇ ਤੁਸੀਂ ਇੰਗਲੈਂਡ 'ਚ ਬੈਠੇ ਹੋਵੋਗੇ, ਚਾਹੇ ਤੁਸੀਂ ਪਾਕਿਸਤਾਨ 'ਚ ਬੈਠੇ ਹੋਵੋਗੇ, ਚਾਹੇ ਤੁਸੀਂ ਇੰਡੀਆ 'ਚ ਬੈਠੇ ਹੋਵੋਗੇ, ਚਾਹੇ ਤੁਸੀਂ ਅਫਰੀਕਾ 'ਚ ਬੈਠੇ ਹੋਵੋਗੇ, ਕਿਤੇ ਵੀ ਬੈਠੇ ਹੋ, ਜੇ ਤੁਸੀਂ ਮਸੀਹ ਦੇ ਨਾਲ ਨਹੀਂ ਜੁੜੇ ਹੋਏ ਅਤੇ ਮਸੀਹ ਤੁਹਾਡੇ ਨਾਲ ਨਹੀਂ ਜੁੜਿਆ, ਤੁਸੀਂ ਫਲਦਾਇਕ ਨਹੀਂ ਹੋ ਸਕਦੇ। ਇਸ ਕਰਕੇ ਸਾਨੂੰ ਕਿੰਨੀ ਲੋੜ ਹੈ ਆਪਣੇ ਆਪ ਨੂੰ ਜਾਂਚਣ ਦੀ ਅਤੇ ਸਮਝਣ ਦੀ ਕਿ ਜੇ ਮਸੀਹ ਸਾਡੇ ਨਾਲ ਜੁੜਦਾ ਹੈ ਅਤੇ ਖੁਦਾਵੰਦ ਪਿਤਾ ਪਰਮੇਸ਼ਰ ਸਾਡੇ ਨਾਲ ਜੁੜਦਾ ਹੈ, ਪਵਿੱਤਰ ਆਤਮਾ ਸਾਡੇ ਨਾਲ ਜੁੜਦਾ ਹੈ, ਕਿਉਂਕਿ ਬਿਨਾਂ ਪੁੱਤਰ ਤੋਂ ਪਰਮੇਸ਼ਰ ਪਿਤਾ ਅਤੇ ਪਵਿੱਤਰ ਆਤਮਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਨਹੀਂ ਆ ਸਕਦੇ। ਪਰ ਜਦੋਂ ਖੁਦਾਵੰਦ ਯਿਸੂ ਮਸੀਹ ਸਾਡੀ ਜ਼ਿੰਦਗੀ 'ਚ ਆਉਂਦਾ ਹੈ, ਪਿਤਾ ਵੀ ਆਉਂਦਾ ਹੈ, ਪਵਿੱਤਰ ਆਤਮਾ ਵੀ ਆਉਂਦਾ ਅਤੇ ਖੁਦਾਵੰਦ ਦੇ ਲੋਕ ਵੀ ਸਾਡੀ ਜ਼ਿੰਦਗੀਆਂ ਦੇ ਵਿੱਚ ਆ ਜਾਂਦੇ ਹਨ। ਅਤੇ ਖੁਦਾਵੰਦ ਦੇ ਨਾਲ ਫੈਲੋਸ਼ਿਪ ਕਰਕੇ ਅਤੇ ਖੁਦਾਵੰਦ ਦੇ ਲੋਕਾਂ ਦੇ ਨਾਲ ਸੰਗਤੀ ਕਰਕੇ ਅਸੀਂ ਖੁਦਾਵੰਦ ਦੇ ਕੰਮਾਂ ਦੇ ਵਿੱਚ ਅੱਗੇ ਵੱਧਦੇ ਹਾਂ ਅਤੇ ਖੁਦਾਵੰਦ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ। ਅਤੇ ਅੱਜ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਚੀਜ਼ਾਂ ਉਦੋਂ ਹੀ ਪੋਸੀਬਲ ਹੋ ਸਕਦੀਆਂ ਹਨ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਖੁਦਾਵੰਦ ਦੇ ਨਾਲ ਅਸੀਂ ਜੁੜੇ ਹਾਂ, ਕਿਉਂਕਿ ਖੁਦਾਵੰਦ ਸਾਡੇ ਨਾਲ ਜੁੜਿਆ ਹੈ। ਅਤੇ ਜੇ ਖੁਦਾਵੰਦ ਸਾਡੇ ਨਾਲ ਜੁੜਿਆ ਹੈ, ਹੁਣ ਸਾਡੇ ਉੱਤੇ ਪਾਪ ਦੀ ਸਜ਼ਾ ਦਾ ਹੁਕਮ ਨਹੀਂ ਹੈ, ਸਾਨੂੰ ਹੁਣ ਮਾਫੀ ਮਿਲ ਗਈ ਹੈ
ਸਾਡੇ ਕੰਮ ਜੋ ਬੁਰੇ ਸਨ ਉਹ ਬਦਲ ਗਏ ਹਨ ਖੁਦਾਵੰਦ ਨੇ, ਕਿਉਂਕਿ ਸਾਡਾ ਜੀਵਨ ਬਦਲ ਦਿੱਤਾ ਹੈ, ਸਾਡੇ ਦਿਲਾਂ ਨੂੰ ਤਬਦੀਲ ਕਰ ਦਿੱਤਾ ਹੈ, ਸਾਡੇ ਜੋ ਦਿਮਾਗ ਦੀਆਂ ਜੋ ਗੱਲਾਂ ਹਨ ਉਹ ਸਾਫ਼ ਕਰ ਦਿੱਤੀਆਂ ਹਨ। ਅਤੇ ਹੁਣ ਜੇ ਅਸੀਂ ਪਾਪ ਵਿੱਚ ਡਿੱਗ ਵੀ ਜਾਂਦੇ ਹਾਂ, ਖੁਦਾਵੰਦ ਦੇ ਕੋਲ ਜਦੋਂ ਅਸੀਂ ਆਉਂਦੇ ਹਾਂ ਉਹ ਸਾਨੂੰ ਮਾਫ਼ ਕਰਦਾ ਹੈ। ਕਿਉਂਕਿ ਹੁਣ ਤੁਸੀਂ ਖੁਦਾਵੰਦ ਦੇ ਪੁੱਤਰ ਅਤੇ ਪੁੱਤਰੀਆਂ ਬਣ ਗਏ ਹੋ। ਅਤੇ ਜਦੋਂ ਖੁਦਾਵੰਦ ਦੇ ਨਾਲ ਤੁਹਾਡਾ ਇਹ ਰਿਸ਼ਤਾ ਕਾਇਮ ਹੋ ਗਿਆ, ਖੁਦਾਵੰਦ ਤੁਹਾਨੂੰ ਕਦੇ ਵੀ ਨਹੀਂ ਛੱਡੇਗਾ। ਇਹ ਗੱਲ ਸਾਨੂੰ ਜਾਣਨ ਦੀ ਬਹੁਤ ਹੀ ਲੋੜ ਹੈ। ਖੁਦਾਵੰਦ ਦੇ ਅਸੀਂ ਪੁੱਤਰ ਅਤੇ ਪੁੱਤਰੀਆਂ ਕਹਿਲਾਏ ਜਾਂਦੇ ਹਾਂ, ਇਸ ਲਈ ਖੁਦਾਵੰਦ ਹਮੇਸ਼ਾ ਲਈ ਸਾਡੇ ਨਾਲ ਰਹੇਗਾ। ਅਤੇ ਇਹ ਜੋ ਮੈਂ ਗੱਲ ਕਰਦਾ ਹਾਂ ਖੁਦਾਵੰਦ ਦੇ ਪੁੱਤਰ ਅਤੇ ਪੁੱਤਰੀਆਂ, ਅਸੀਂ ਹੁਣ ਅਗਲੇ ਹਫ਼ਤੇ ਦੇਖਾਂਗੇ ਡੂੰਘਾਈ ਦੇ ਵਿੱਚ ਇਸ ਦਾ ਮਤਲਬ ਕੀ ਹੈ। ਪਰ ਅੱਜ ਦਾ ਜੋ ਵਚਨ ਹੈ ਉਹ ਇਹ ਹੈ ਕਿ ਤੁਸੀਂ ਪਰਮੇਸ਼ਵਰ ਦੇ ਨਾਲ ਜੁੜੇ ਹੋ, ਕੀ ਪਰਮੇਸ਼ਵਰ ਤੁਹਾਡੇ ਨਾਲ ਜੁੜਿਆ ਹੈ, ਕੀ ਪਰਮੇਸ਼ਵਰ ਤੁਹਾਨੂੰ ਜਾਣਦਾ ਹੈ, ਕਿ ਉਹ ਜਾਣਦਾ ਹੈ। ਜੇ ਉਹ ਜਾਣਦਾ ਹੈ ਤਾਂ ਸਾਨੂੰ ਕਿੰਨਾ ਖੁਦਾਵੰਦ ਨੂੰ ਮਹਿਮਾ ਦੇਣ ਦੀ ਲੋੜ ਹੈ, ਕਿਉਂਕਿ ਖੁਦਾਵੰਦ ਮਹਾਨ ਜਿਸ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ, ਉਹ ਹੁਣ ਸਾਡਾ ਕੀ ਪਿਤਾ ਹੈ ਯਿਸੂ ਮਸੀਹ ਦੇ ਵਿੱਚ। ਅਤੇ ਸਾਨੂੰ ਕਿੰਨੀ ਖੁਸ਼ੀ ਆਉਂਦੀ ਹੈ ਇਹ ਗੱਲ ਸੁਣ ਕੇ। ਇਸੇ ਲਈ ਪੌਲੁਸ ਕਹਿੰਦਾ ਹੈ ਗਲਾਤੀਆਂ ਦੇ ਖੱਤ ਵਿੱਚ ਉਸ ਦਾ 2 ਅਧਿਆਇ ਅਤੇ ਉਸ ਦੀ 20 ਆਇਤ ਕਿ ਹੁਣ ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚਾੜ੍ਹ ਦਿੱਤਾ ਗਿਆ ਹਾਂ। ਹੁਣ ਮੈਂ ਆਪਣੇ ਆਪ ਵਿੱਚ ਨਹੀਂ ਰਹਿੰਦਾ, ਪਰ ਮਸੀਹ ਮੇਰੇ ਵਿੱਚ ਰਹਿੰਦਾ ਹੈ। ਖੁਦਾਵੰਦ ਦੇ ਵਿੱਚ ਅਸੀਂ ਚੱਲਦੇ ਹਾਂ। ਅਤੇ 2 ਕੁਰਿੰਥੀਆਂ ਉਹਦਾ 5ਵਾਂ ਅਧਿਆਇ ਉਸ ਦੀ 17 ਆਇਤ ਵਿੱਚ ਪੌਲੁਸ ਕਹਿੰਦਾ ਹੈ ਜੋ ਕੋਈ ਮਸੀਹ ਦੇ ਵਿੱਚ ਹੈ ਉਹ ਨਵੀਂ ਸ੍ਰਿਸ਼ਟੀ ਹੈ, ਉਸ ਦੇ ਪੁਰਾਣੇ ਕੰਮ ਖਤਮ ਹੋ ਗਏ ਹਨ, ਉਸ ਦੇ ਨਵੇਂ ਕੰਮ ਸ਼ੁਰੂ ਹੋ ਗਏ ਹਨ। ਅਤੇ ਫਿਰ ਅਸੀਂ ਪੜ੍ਹਦੇ ਹਾਂ ਜੋ 2 ਕੁਰਿੰਥੀਆਂ ਉਹਦਾ 5ਵਾਂ ਅਧਿਆਇ ਉਸ ਦੀ 21 ਆਇਤ, ਉਹਦੇ ਵਿੱਚ ਕਹਿੰਦਾ ਹੈ ਕਿ ਉਹ ਕਹਿੰਦਾ ਹੈ ਵੀ ਖੁਦਾਵੰਦ ਪਿਤਾ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸਲੀਬ ਉੱਤੇ ਪਾਪ ਬਣਾ ਦਿੱਤਾ, ਹਾਲਾਂਕਿ ਉਸਦਾ ਪੁੱਤਰ ਇੱਕ ਵੀ ਪਾਪ ਨੂੰ ਨਹੀਂ ਸੀ ਜਾਣਦਾ। ਕਿਉਂਕਿ ਪੁੱਤਰ ਨੇ ਜਦੋਂ ਪਾਪਾਂ ਦਾ ਪ੍ਰਾਸ਼ਚਿਤ ਸਾਡੇ ਲਈ ਕੀਤਾ ਸਲੀਬ 'ਤੇ, ਉਸ ਦੇ ਦੁਆਰਾ ਪੁੱਤਰ ਦੀ ਪਵਿੱਤਰਤਾ ਹੀ ਸਾਡੇ ਜ਼ਿੰਦਗੀਆਂ ਦੇ ਵਿੱਚ ਆ ਗਈ। ਉਸ ਦੇ ਦੁਆਰਾ ਉਸਦੀ ਪੁੱਤਰ ਦੀ ਪਵਿੱਤਰਤਾ ਦੇ ਕਰਕੇ ਹੁਣ ਅਸੀਂ ਸਵਰਗ ਵਿੱਚ ਜਾਂਦੇ ਹਾਂ। ਅਸੀਂ ਸਵਰਗ ਵਿੱਚ ਆਪਣੇ ਕੰਮਾਂ ਦੇ ਰਾਹੀਂ ਨਹੀਂ ਜਾਂਦੇ, ਅਸੀਂ ਸਵਰਗ ਵਿੱਚ ਪੁੱਤਰ ਦਾ ਜੋ ਬਲੀਦਾਨ ਹੈ ਅਤੇ ਉਸ ਦੁਆਰਾ ਜੋ ਸਾਨੂੰ ਪਵਿੱਤਰਤਾ ਮਿਲੀ ਹੈ, ਜੋ ਸਾਡੇ ਪਾਪ ਢਕੇ ਗਏ, ਪਵਿੱਤਰਤਾ ਪੁੱਤਰ ਦੀ ਜੋ ਹੈ ਉਸ ਦੇ ਦੁਆਰਾ, ਇਸ ਦੇ ਨਾਲ ਅਸੀਂ ਸਵਰਗ ਦੇ ਵਿੱਚ ਦਾਖਲ ਹੁੰਦੇ ਹਾਂ। ਅਤੇ ਅੱਜ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਮਸੀਹ ਦੇ ਵਿੱਚ ਬਣੇ ਹੋ। ਜੇ ਹੋ ਤਾਂ ਧੰਨਵਾਦ ਕਰੋ ਖੁਦਾਵੰਦ ਦਾ, ਕਿਉਂਕਿ ਤੁਹਾਡੇ ਉੱਤੇ ਬਹੁਤ ਹੀ ਵੱਡੀ ਕਿਰਪਾ ਹੋ ਗਈ। ਜੇ ਨਹੀਂ ਤਾਂ ਕਿਉਂ ਨਹੀਂ, ਅੱਜ ਵੀ ਤੁਹਾਨੂੰ ਪੁੱਤਰ ਬੁਲਾਉਂਦਾ ਹੈ, ਪਿਤਾ ਬੁਲਾਉਂਦਾ ਹੈ ਕਿ ਮੇਰੇ ਕੋਲ ਆਵੋ, ਆਪਣੇ ਪਾਪਾਂ ਦੀ ਮਾਫ਼ੀ ਮੰਗੋ ਅਤੇ ਮੈਂ ਤੁਹਾਨੂੰ ਨਵਾਂ ਜੀਵਨ ਦੇਵਾਂਗਾ, ਜੋ ਕਿ ਜੀਵਨ ਕੋਈ ਇਨਸਾਨ ਦੂਜੇ ਜੋ ਬਿਲੀਫਸ ਹਨ ਜਾਂ ਦੂਜੀਆਂ ਜੋ ਕੁਛ ਵੀ ਆਈਡੀਓਲੋਜੀਜ਼ ਹਨ, ਉਹ ਕਹਿੰਦੇ ਹਨ ਆਪਣੇ ਆਪ ਨੂੰ ਤੁਸੀਂ ਸਾਫ਼ ਕਰੋ, ਆਪਣੇ ਆਪ ਨੂੰ ਖਾਲੀ ਕਰੋ, ਤਾਂ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਮੂਹਰੇ ਸਾਬਿਤ ਕਰ ਸਕੋ ਕਿ ਤੁਸੀਂ ਠੀਕ ਹੋ। ਪਰ ਯਿਸੂ ਮਸੀਹ ਕਹਿੰਦਾ ਹੈ ਤੁਸੀਂ ਆਪਣੇ ਆਪ ਨੂੰ ਨਹੀਂ ਬਦਲ ਸਕਦੇ, ਪਰ ਮੈਂ ਆਪਣੀ ਸ਼ਕਤੀ ਦੇ ਦੁਆਰਾ ਤੁਹਾਨੂੰ ਬਦਲਦਾ ਹਾਂ ਅਤੇ ਮੈਂ ਹੀ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾਂਦਾ ਹਾਂ। ਅਤੇ ਖੁਦਾਵੰਦ ਤੁਹਾਨੂੰ ਅੱਜ ਇਸ ਬਚਨ ਤੋਂ ਬਰਕਤ ਦੇਵੇ। ਅਤੇ ਅਸੀਂ ਫਿਰ ਮਿਲਾਂਗੇ ਅਗਲੇ ਹਫ਼ਤੇ ਅਫਸੀਆਂ ਦਾ ਖੱਤ ਉਸ ਦਾ 1 ਅਧਿਆਇ ਅਤੇ ਉਸ ਦੀ 13ਵੀਂ ਅਤੇ 14ਵੀਂ ਆਇਤ ਅਸੀਂ ਦੇਖਾਂਗੇ ਅਗਲੇ ਹਫ਼ਤੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਖੁਦਾਵੰਦ ਬਰਕਤ ਦੇਵੇ। ਆਮੀਨ।